ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਇੱਕ ਇਹੋ ਜਿਹੀ ਅਵਸਥਾ ਗੁਰੂ ਸਾਹਿਬ ਦੱਸ ਰਹੇ ਹੈ ਜਿੱਥੇ ਕੇਵਲ ਗਿਆਨ ਹੀ ਗਿਆਨ ਹੈ, ਗਿਆਨ ਪ੍ਰਚੰਡ, ਕਿ ਇੰਨੇ ਕਪਾਟ ਖੁੱਲੇ ਨੇ ਕਿ ਜੋ ਕੁਝ ਆਸ-ਪਾਸ ਸੁਣਿਆ, ਬੋਲਿਆ, ਕਿਹਾ, ਲਿਖਿਆ ਜਾ ਰਿਹਾ ਹੈ, ਉਹਦੇ ਵਿੱਚੋਂ ਦੀ ਜਿਹੜੀ ਉਹਦੀ ਅਕਾਲ ਪੁਰਖ ਦੀ ਅਸੀਮਤਾ ਹੈ, ਬੇਅੰਤਤਾ ਹੈ, ਉਹਦੀ ਮੈਗਨੈਨਿਮਿਟੀ ਹੈ, ਉਹਦੇ ਵਿੱਚੋਂ ਪ੍ਰਚੰਡ ਗਿਆਨ, ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਉੱਥੇ ਫਿਰ ਕੀ ਲੱਗਦਾ ਵੀ ਜੋ ਕੁਝ ਇਹ ਬੋਲਿਆ ਜਾ ਰਿਹਾ ਤਿੱਥੇ ਨਾਦ ਵਿਨੋਦ ਕੋਡ ਆਨੰਦ। ਜਿਹੜਾ ਉਹ ਤੇ ਨਾਦ ਵਿਨੋਦ ਕੋਡ, ਇਹ ਸਾਰੇ ਬਹੁਵਚਨ, ਨਾਦ ਵਿਨੋਦ ਕੋਡ ਆਨੰਦ, ਇਹ ਇੱਕ ਵਚਨ। ਇਹ ਆਦ ਵੱਖਰੇ, ਉਹ ਵੱਖਰੇ, ਇੱਕ ਹੀ ਵੱਖਰਾ ਹੈਗਾ। ਵੀ ਇਹ ਜੋ ਕਿਹਾ ਜਾ ਰਿਹਾ ਹੈ, ਇਹ ਜੋ ਬੋਲਿਆ ਜਾ ਰਿਹਾ ਹੈ, ਇਹ ਜੋ ਆਵਾਜ਼ਾਂ ਆ ਰਹੀਆਂ ਨੇ, ਨਾਦ, ਕੋਈ ਕਿਸੇ ਬਾਰੇ ਕਹਿ ਰਿਹਾ ਹੈ, ਕੋਈ ਕੀ ਕਹਿ ਰਿਹਾ ਹੈ। ਵਿਨੋਦ, ਕਈ ਤਰ੍ਹਾਂ ਦੇ ਉਹ ਕਰਮ ਕਾਂਡ ਹੋ ਰਹੇ ਨੇ, ਤਮਾਸ਼ੇ ਹੋ ਰਹੇ ਨੇ, ਔਰ ਇਹਦੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਪੇਸ਼ ਕਰ ਰਿਹਾ, ਕੋਈ ਕਿਸੇ ਨੂੰ ਕਿਸ ਤਰ੍ਹਾਂ ਪੇਸ਼ ਕਰ ਰਿਹਾ। ਪਰ ਗਿਆਨ ਖੰਡ ਵਿੱਚ ਤਾਂ ਉਹ ਜਿਹੜੀ ਉਸਦੀ ਅਸੀਮਤਾ ਦਾ, ਉਸਦੇ ਕੇਤੇ ਦਾ, ਕੇਤੇ ਬਰਮੇ, ਕੇਤੇ ਮਹੇਸ਼, ਕੇਤੇ ਇੰਦ, ਜਦੋਂ ਇਹ ਇੱਕ ਪਾਸੇ ਅਵਸਥਾ ਖੜੀ ਹੋਏ ਤੇ ਉਸ ਕੇਤੇ ਵਿੱਚੋਂ ਕੇਵਲ ਇੱਕ ਜਾਣ ਕੇ ਉਹਦੇ ਆਸ-ਪਾਸ ਹੋ ਰਿਹਾ ਨਾਦ, ਉਹਦੇ ਆਸ-ਪਾਸ ਹੋ ਰਿਹਾ ਵਿਨੋਦ, ਤੇ ਉਹਦੇ ਆਸ-ਪਾਸ ਹੋ ਰਿਹਾ ਜਿਹੜੇ ਕੌਤਕ ਉਹਦੇ ਨਾਲ ਜੋੜੇ ਜਾਂਦੇ ਆ। ਇਹ ਤਾਂ ਇਹ ਕਰ ਸਕਦੇ, ਇਹ ਤਾਂ ਉਹ ਕਰ ਸਕਦੇ ਆ, ਕੋਡ। ਇਹਦੇ ਵਿੱਚੋਂ ਗਿਆਨ ਖੰਡ ਵਾਲੇ ਨੂੰ ਉਹ ਇੱਕ ਆਨੰਦ ਦੀ ਅਵਸਥਾ, ਵੀ ਇਹ ਕਿੰਨਾ ਅਸੀਮ ਵਿੱਚੋਂ ਕਿੰਨੇ ਮਿਨਿਸਕਿਊਲ ਇੱਕ ਅਵਸਥਾ ਤੇ ਖੜ ਕੇ ਇਹ ਕਿਸ ਤਰ੍ਹਾਂ ਦੀ ਗੱਲਾਂ ਕਹੀਆਂ ਜਾ ਰਹੀਆਂ। ਇਹ ਸਾਰੇ ਤਰ੍ਹਾਂ ਦੇ ਨਾਦਾਂ, ਭਾਵ ਆਵਾਜ਼ਾਂ, ਭਾਵ ਗਾਇਨ, ਭਾਵ ਵਿਖਿਆਨ, ਔਰ ਕਿੰਨੇ ਤਰ੍ਹਾਂ ਦੇ ਵਿਨੋਦ, ਤਮਾਸ਼ੇ, ਜੋ ਕੁਝ ਵੀ ਉਹਦਾ ਕਿਰਿਆਚਾਰ, ਵੀ ਇਹੋ ਜਿਹੀ ਏਦਾਂ ਕਰੀਦਾ ਹੁੰਦਾ ਹੈ, ਏਦਾਂ ਕਰੀਦਾ ਹੁੰਦਾ ਹੈ, ਏਦਾਂ ਕਰੀਦਾ ਹੁੰਦਾ ਹੈ, ਉਹਦਾ ਜੋ ਜਿਹੜਾ ਉਸ ਦਾ ਨੀਤੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਉਸ ਦਾ ਤਮਾਸ਼ਾ ਬਣਾਇਆ ਜਾ ਰਿਹਾ ਹੈ। ਵਿਨੋਦ ਇੱਥੇ ਇਸ ਖੰਡ ਵਿੱਚ, ਇਸ ਅਵਸਥਾ ਚ ਆ ਕੇ ਇਹ ਜੋ ਤਮਾਸ਼ੇ ਨੇ ਔਰ ਉਸਦੇ ਨਾਲ ਜੁੜੇ ਹੋਏ ਕੌਤਕ, ਕੋਡ, ਉਸਨੂੰ ਵਿਸ਼ੇਸ਼ ਜਾਣ ਕੇ, ਜਿਵੇਂ ਉਸਦੇ ਆਸ-ਪਾਸ ਨਾਦ ਹੁੰਦਾ, ਜਿਵੇਂ ਉਸਦੇ ਵਿਨੋਦ ਹੁੰਦਾ, ਤੇ ਜਿਵੇਂ ਉਹਦੇ ਨਾਲ ਕੋਡ ਜੁੜੇ ਜਾਂਦੇ ਨੇ, ਕੋਡ ਭਾਵ ਕੌਤਕ। ਇਹ ਸਾਰੇ ਨਜ਼ਾਰੇ ਵਿੱਚੋਂ, ਇਹ ਸਾਰਾ ਕੁਝ ਹੋਣ ਵਿੱਚੋਂ ਜਿਹੜਾ ਗਿਆਨ ਖੰਡ ਤੇ ਪ੍ਰਾਣੀ ਹੈ, ਉਸ ਨੂੰ ਇਸ ਤਿੱਥੈ ਨਾਦ ਵਿਨੋਦ ਕੋਡ ਆਨੰਦ, ਅਧਿਆਤਮਕ ਤੌਰ ਤੇ ਆਨੰਦਿਤ ਹੋ ਰਿਹਾ ਹੈ, ਦੇਖ ਕੇ ਵੀ ਇਹ ਹੋ ਕੀ ਰਿਹਾ ਹੈ, ਕੀ ਤਮਾਸ਼ੇ ਹੋ ਰਹੇ ਹੈ, ਇਹ ਕਿਹੇ ਨਾਦ ਹੋ ਰਹੇ ਹੈ। ਹੁਣ ਉਸ ਦੀ ਸਰਮ ਖੰਡ ਵਿੱਚ ਅਗਲਾ ਜਿਹੜਾ ਖੰਡ ਹੈ, ਅਗਲੀ ਅਵਸਥਾ, ਕਿ ਸਰਮ ਖੰਡ ਕੀ ਬਾਣੀ ਰੂਪ। ਰੂਪ ਮਤਲਬ ਉਸਦਾ ਸਰੂਪ, ਸਰੂਪ ਉਸਦਾ, ਉਸਦੇ ਵਿਚਾਰਾਂ ਦਾ। ਇਸ ਅਵਸਥਾ ਤੇ ਆ ਕੇ ਘਾੜਤ ਘੜੀ ਹੈ ਬਹੁਤ ਅਨੂਪ, ਬੜੀ ਸੁੰਦਰ ਘਾੜਤ ਹੁੰਦੀ ਹੈ।
ਤਾਕੀਆ ਗਲਾ ਉਸ ਘਾੜਤ ਘੜਨ ਦੀਆਂ ਗੱਲਾਂ, ਉਸ ਸ਼ਰਮ ਦੀਆਂ, ਉਸ ਸ਼ਰਮ ਦੀਆਂ ਗੱਲਾਂ ਕਰਨੀਆਂ ਮੁਸ਼ਕਲ ਨੇ। ਤਾਕੀਆ ਗਲਾ ਕਥੀਆ ਨਾ ਜਾਹੇ, ਉਹ ਉਹਨਾਂ ਨੂੰ ਬਿਆਨ ਕਰਨਾ ਵੀ ਇਹ ਘਾੜਤ ਕਿਵੇਂ ਹੋ ਰਹੀ ਹੈ। ਤੇ ਜੇ ਕੋਈ ਕਹਿਣ ਦੀ ਕੋਸ਼ਿਸ਼ ਕਰੇ ਕਿ ਮਨ ਨੂੰ ਇਸ ਤਰ੍ਹਾਂ ਕਰਨਾ ਹੈ, ਸੁਰਤ ਨੂੰ ਇਸ ਤਰ੍ਹਾਂ ਕਰਨਾ ਹੈ, ਔਰ ਸੁਧ ਨੂੰ ਇਸ ਤਰ੍ਹਾਂ ਕਰਨਾ ਹੈ, ਬੁੱਧ ਨੂੰ ਇਸ ਤਰ੍ਹਾਂ ਕਰਨਾ ਹੈ, ਜੇ ਕੋਈ ਕਹਿਣ ਦੀ ਕੋਸ਼ਿਸ਼ ਕਰੇ ਤਾਂ ਇੱਥੇ ਆ ਰਿਹਾ ਜੇ ਕੋ ਕਹੇ। ਹੁਣ ਕੋ ਦਾ ਮਤਲਬ ਹੋ ਗਿਆ ਇੱਕ ਬੰਦਾ, ਕੇ ਹੋਣਾ ਸੀਗਾ ਫਿਰ ਆਣਾ ਸੀ ਪਛਤਾਹੇ। ਜੇ ਕੋਈ ਕਹਿਣ ਦੀ ਕੋਸ਼ਿਸ਼ ਕਰਨ, ਪਰ ਇੱਥੇ ਹੈ ਜੇ ਕੋ ਕਹੇ, ਜੇ ਕੋਈ ਕਹਿਣਾ ਚਾਹੇ ਪਿੱਛੇ ਪਛਤਾਏ ਤਾਂ ਫਿਰ ਬਾਅਦ ਚੋਂ ਉਹ ਪਛਤਾਉਂਦਾ ਕਿ ਇਹ ਮੈਂ ਕੀ ਕਹਿਤਾ। ਕਿਉਂਕਿ ਇਹ ਜੋ ਅੰਦਰੂਨੀ ਹੈ, ਅੰਤਰੀਵੀ ਹੈ, ਅੰਦਰ ਕੋਈ ਵੜੇਗਾ ਤੇ ਅੰਦਰ ਨੂੰ ਜਾਣੇਗਾ। ਅੰਦਰ ਨੂੰ ਜਾਣਨਾ ਇਹ ਸਭ ਤੋਂ ਜਿਹੜਾ ਇਹ ਅਸਲ ਚ ਸ਼ਰਮ, ਇਹੀ ਤਾਂ ਸ਼ਰਮ ਹੈ, ਇਹੀ ਤਾਂ ਸ਼ਰਮ ਹੈ, ਇਹੀ ਇਸ ਅਵਸਥਾ ਦੀ ਵਿਲੱਖਣਤਾ ਹੈ। ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਐ ਬਹੁਤ ਅਨੂਪ, ਤਾਕੀਆ ਗਲਾ ਕਥੀਆ ਨਾ ਜਾਹੇ, ਜੇ ਕੋ ਕਹੈ ਪਿਛੇ ਪਛਤਾਏ। ਹੁਣ ਅਸਲ ਚ ਹੁੰਦਾ ਕੀ ਹੈ, ਫਿਰ ਗੁਰੂ ਸਾਹਿਬ ਸਾਨੂੰ ਦੱਸਦੇ ਹੈ, ਸਾਨੂੰ ਬਿਆਨ ਕਰਨਾ ਮੁਸ਼ਕਲ ਹੈ। ਗੁਰੂ ਸਾਹਿਬ ਕਹਿ ਰਹੇ ਤਿੱਥੇ ਘੜੀਐ, ਕੀ ਘੜੀਐ, ਉੱਥੇ ਕੀ ਹੁੰਦਾ ਸ਼ਰਮ ਖੰਡ ਵਿੱਚ? ਤਿੱਥੇ ਘੜੀਐ ਸੁਰਤ, ਮਤ, ਮਨ, ਬੁੱਧ। ਹੁਣ ਆ ਸਾਰੀਆਂ ਚੀਜ਼ਾਂ ਨੇ ਇਹ ਸਾਡੇ ਅੰਤਰੀਵ ਨਾਲ ਸੰਬੰਧਿਤ ਨੇ। ਸੁਰਤ, ਜਿਸ ਨੂੰ ਅਸੀਂ ਅੰਗਰੇਜ਼ੀ ਸਮਝੀਏ ਨਾਲ, ਸਾਡਾ ਫੋਕਸ। ਸੁਰਤ ਵੀ ਸੁਰਤ ਕਈ ਵਾਰੀ ਗੁਰਬਾਣੀ ਚ ਵਿਆਖਿਆਕਾਰ ਜਾਂ ਕੀਰਤਨਕਾਰ ਬੋਲਦੇ ਨੇ ਕਿ ਤੁਸੀਂ ਸੁਰਤ ਇਕਾਗਰ ਕਰੋ। ਇਕਾਗਰ ਕਰਨਾ, ਫੋਕਸ। ਸੁਰਤ would be focus। ਫੋਕਸ ਨੂੰ ਘੜਿਆ ਜਾਣਾ। ਸਾਡੀ ਸੁਰਤ ਹੀ ਕਿਤੇ ਹੋਰ ਹੈ, ਉਸ ਨੂੰ ਘੜਨਾ ਕਿ ਇਹ ਗੁਰੂ ਦੀ ਬਾਤ ਵਿੱਚ, ਗੁਰਬਾਣੀ ਵਿੱਚ ਫੋਕਸ ਕਰਨਾ। ਸੁਰਤ ਤਿੱਥੇ ਘੜੀਐ। ਹੁਣ ਦੱਸ ਰਹੇ ਗੁਰੂ ਸਾਹਿਬ ਅੰਦਰ ਜਿਹੜਾ ਹੈ ਇਹ ਸ਼ਰਮ ਖੰਡ ਵਿੱਚ ਕੀ ਕੁਛ ਕਿਸ ਚੀਜ਼ ਨਾਲ ਸੰਬੰਧਿਤ ਹੈ ਤੇ ਕਿਸ ਦੀ ਘਾੜਤ ਹੋ ਰਹੀ ਹੈ। ਸੁਰਤ, ਮਤ, ਮਤ ਨੂੰ ਸਮਝਣਾ ਹੋਏ ਤਾਂ ਕਨਸੈਪਟ, ਸਾਡਾ ਕਨਸੈਪਟ ਬਣ ਜਾਂਦਾ ਕਿਸੇ ਚੀਜ਼ ਬਾਰੇ, ਉਹ ਸਾਡਾ, ਇਸ ਨੂੰ ਕਹਿੰਦੇ ਨੇ ਇਹ ਗੁਰਮਤ, ਇਹ ਗੁਰੂ ਦੀ ਮਤ, ਗੁਰੂ ਦਾ ਕਨਸੈਪਟ ਜਿਹੜਾ ਸਾਨੂੰ ਗੁਰਬਾਣੀ ਵਿੱਚੋਂ ਮਿਲਦਾ। ਅਸੀਂ ਸ਼ਰਮਖੰਡ ਦੀ ਗੱਲ ਕਰ ਰਹੇ ਹਾਂ, ਗੁਰੂ ਦੀ ਮਤ ਹੈ। ਪਰ ਜਦੋਂ ਅਸੀਂ ਗੁਰੂ ਦੀ ਗੱਲ ਨਹੀਂ ਸੁਣ ਰਹੇ, ਅਸੀਂ ਆਪਣੇ ਮਨ ਦੇ ਮਗਰ ਲੱਗੇ ਹੋਏ ਹਾਂ। ਮਨ ਹਮੇਸ਼ਾ, ਮਨ ਲੋਚੈ ਬੁਰਾਈਆ, ਤੇ ਮਨ ਹਮੇਸ਼ਾ ਸਾਨੂੰ ਬੁਰਾਈ ਵਾਲੇ ਪਾਸੇ ਲੈ ਕੇ ਜਾਂਦਾ ਹੈ। ਜਿਵੇਂ ਪਾਣੀ ਹਮੇਸ਼ਾ ਪਾਣੀ ਚੱਲੇ ਨਿਵਾਣ ਨੂੰ, ਮਨ ਬੁਰਾਈ ਵੱਲ ਹੀ ਜਾਏਗਾ। ਇਹ ਮਨ ਦੀ ਤੌਰ ਹੈ। ਆਹੀ ਸਾਡੀ ਖੇਡ ਹੈ ਕਿ ਇੱਕ ਪਾਸੇ ਗੁਰਮਤਿ ਦੀ ਰੋਸ਼ਨੀ ਹੈ ਜਿਹੜੀ ਸਾਨੂੰ ਸਾਡੀ ਆਤਮਾ ਦੀ ਆਵਾਜ਼ ਦੇ ਨਾਲ ਸਾਨੂੰ ਬੁਲਾਉਂਦੀ ਹੈ ਆਪਣੇ ਵੱਲ। ਜਿਹਦੀ ਆਤਮਾ ਬਲਵਾਨ ਹੈ ਉਹ ਮਨ ਨੂੰ ਕੰਟਰੋਲ ਕਰ ਲੈਂਦਾ ਹੈ, ਜਿਹਦਾ ਮਨ ਪ੍ਰਬਲ ਹੈ ਉਹ ਆਤਮਾ ਦੀ ਗੱਲ ਸੁਣਦਾ ਨਹੀਂ। ਆਹੀ ਸਾਰੀ ਖੇਡ ਹੈ। ਉਹ ਮਾੜੇ ਕਾਰਜ ਸੋਚਦਾ ਹੈ, ਕਰਦਾ ਹੈ, ਉਹ ਮਾੜਾ ਹੋਣ ਨਹੀਂ ਦਿੰਦਾ। ਇਹੀ ਉਸ ਦਾ ਨਾਮ ਦਾ ਪਹਿਰਾ ਹੈ, ਇਹੀ ਨਾਮ ਉਹਦੀ ਹੋਂਦ ਹੈ, ਉਸ ਦਾ ਪਹਿਰਾ, ਜਿਹਦੇ ਕਰਕੇ ਆਪਣੀ ਆਤਮਾ ਨੂੰ ਬਲਵਾਨ ਰੱਖਦਾ। ਹੁਣ ਇਹ ਜੋ ਅੰਤਰੀਵੀ ਘਾੜਤ ਹੈ, ਤਿੱਥੇ ਘੜੀਐ ਸੁਰਤ, ਫੋਕਸ, ਮਤ, ਕਨਸੈਪਟ ਘੜੇ ਜਾਂਦੇ ਨੇ। ਗੁਰਬਾਣੀ ਦੀ ਜਿੰਨੀ ਅਸੀਂ ਵਿਚਾਰ ਕਰਦੇ ਹਾਂ, ਸਾਡੇ ਕਨਸੈਪਟ ਘੜੇ ਜਾਂਦੇ ਨੇ। ਤਿੱਥੇ ਘੜੀਐ ਸੁਰਤ, ਮਤ, ਮਨ। ਮਨ ਜੋ ਸਾਡਾ ਵਿਚਾਰ ਹੈ, our thought, so thoughts ਦਾ ਜਿਹੜਾ ਅੰਦਰ ਸਾਡੇ ਚੱਲਦੇ ਆ, ਸਾਡੇ ਵਿਚਾਰਾਂ ਚੱਲਦੀਆਂ ਨੇ ਆਖਰੀ ਦਮ ਤੱਕ। ਕੁਛ ਨਾ ਕੁਛ ਸਾਡੇ ਵਿਚਾਰ ਅੰਦਰ, ਸਾਡੇ ਵਿਚਾਰ ਕੀਤੇ ਬਿਨਾਂ ਵਿਚਾਰ ਚੱਲਦੀ ਰਹਿੰਦੀ ਹੈ। ਇਸ ਕਰਕੇ ਵਿਚਾਰ ਕਦੀ ਰੁਕਣ ਥੰਮਣ ਵਾਲੀ ਚੀਜ਼ ਨਹੀਂ ਹੈ, ਆਲਵੇਜ਼ ਔਨ ਮੋਡ ਤੇ, ਆਟੋ ਔਨ। ਤੇ ਇਹ ਵਿਚਾਰ ਕੁਛ ਨਾ ਕੁਛ ਚੱਲਦੇ ਰਹਿੰਦੇ ਆ। ਉਹਨਾਂ ਵਿਚਾਰਾਂ ਦੇ ਸਾਰੇ ਮੁਜੱਸਮੇ ਨੂੰ ਜੇ ਇੱਕ ਨਾਮ ਦੇਣਾ ਹੋਏ, ਉਹ ਗੁਰਬਾਣੀ ਨਾਮ ਦਿੰਦੀ ਹੈ, ਮਨ। ਤੋ ਘੜੀਐ ਮਨ, ਮਨ ਨੂੰ ਘੜਨਾ, ਉਹ ਵਿਚਾਰਾਂ ਨੂੰ ਘੜਨਾ।
ਕਿ ਮੇਰੇ ਅੰਦਰੋਂ ਵਿਚਾਰ ਜਿਹੜਾ ਨਿਕਲੇ ਉਹੀ ਇੰਨਾ ਸੁੰਦਰ ਨਿਕਲੇ ਕਿ ਉਹਦੇ ਨਾਲ ਮੈਂ ਗੱਲਾਂ, ਉਸ ਜੋ ਮੇਰੇ ਅੰਦਰੋਂ ਵਿਚਾਰ ਆਏ ਉਹੀ ਮੈਂ ਗੱਲਾਂ ਕੀਤੀਆਂ, ਉਹ ਗੱਲਾਂ ਹੋ ਗਈਆਂ। ਜਿਹੋ ਜਿਹੀਆਂ ਮੈਂ ਗੱਲਾਂ ਕਰਦਾ ਉਹ ਉਹਨਾਂ ਵਿੱਚੋਂ ਕੁਝ ਮੈਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ। ਇਸੇ ਕਰਕੇ ਸਾਡਾ ਮਨ ਬਚ ਕਰਮ ਇੱਕ ਲਾਈਨ 'ਚ ਚੱਲਦਾ ਹੈ। ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ, ਬੜੀ ਸੁੰਦਰ ਘਾੜਤ ਹੁੰਦੀ ਹੈ, ਪਰ ਇਸ ਨੂੰ ਬਿਆਨ ਕਰਨਾ ਕਿੰਨਾ ਮੁਸ਼ਕਿਲ ਹੈ, ਕਿਉਂਕਿ ਗੱਲ ਤਾਂ ਇਹਦੀ ਹੋ ਰਹੀ ਹੈ। ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਬੁੱਧ ਸਾਡੀ ਨੌਲੇਜ। ਹੁਣ ਅਸੀਂ ਕੀ ਕਰ ਰਹੇ ਹਾਂ, ਕਿਹਦੀ ਗੱਲ ਹੋ ਰਹੀ ਹੈ? ਫੋਕਸ ਸੁਰਤ, ਕੰਸੈਪਟ ਮਤ, ਥਾਟ ਮਨ, ਨੌਲੇਜ ਬੁੱਧ। ਇਹਨੂੰ ਕਿਵੇਂ ਘੜਿਆ ਜਾ ਸਕਦਾ ਹੈ? ਇਹਦਾ ਬਿਆਨ ਕਿਵੇਂ ਕੋਈ ਕਰੇ ਵੀ ਪਹਿਲੇ ਇਧਰੋਂ ਘੜੋ, ਫਿਰ ਇਧਰਾਂ ਕਰੋ, ਫਿਰ ਉੱਤੋਂ ਕਰੋ, ਫਿਰ ਥੱਲੋਂ ਕਰੋ? ਬੜਾ ਮੁਸ਼ਕਲ ਹੈ। ਤੇ ਜੇ ਕੋਈ ਕਹਿਣਾ ਚਾਹੇ ਤੇ ਕਿੰਨਾ ਫਸ ਜਾਏਗਾ ਉਹ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਜੇ ਕੋ ਕਹੇ ਪਿੱਛੇ ਪਛਤਾਏ, ਉਹ ਫਿਰ ਪਛਤਾਉਂਦਾ ਹੈ। ਇਹ ਗੱਲ ਮੈਂ ਕਿੱਥੋਂ ਸ਼ੁਰੂ ਕਰ ਲਈ, ਗੱਲ ਮੈਂ ਕਿਵੇਂ ਖਤਮ ਕਰਾਂ? ਤੋ ਇਹ ਕਿਉਂਕਿ ਘਾੜਤਾ ਹੋ ਰਹੀ ਹੈ ਸੁਰਤ ਮਤ ਮਨ ਬੁੱਧ ਦੀ। ਤਿੱਥੇ ਘੜੀ ਹੈ ਸੁਰਾ ਸਿਧਾ ਕੀ ਸੁਧ। ਸੁਰ ਹੁੰਦੇ ਨੇ, ਇੱਕ ਨਰ ਹੈ ਆਮ ਬੰਦੇ, ਸੁਰ ਦੇਵਤੇ ਜਿਨ੍ਹਾਂ ਨੂੰ ਦੇਵਤੇ ਮੰਨਿਆ ਜਾਂਦਾ ਹੈ। ਉਹ ਦੇਵਤਿਆਂ ਦੀ ਜਿਹੜੀ ਸਮਝ ਹੈ, ਜਿਹੜੀ ਉਹਨਾਂ ਦੀ ਅੰਡਰਸਟੈਂਡਿੰਗ ਹੈ, ਜਿਹੜੀ ਉਹਨਾਂ ਦੀ ਸੋਝੀ ਹੈ, ਉਹ ਹੈ ਸੁਧ। ਤੋ ਸੁਰਤ ਮਤ ਮਨ ਬੁੱਧ ਤੇ ਪੰਜਵਾਂ ਆ ਗਿਆ ਸੁਧ। ਇਹ ਪੰਜੇ ਜਿਹੜੇ ਨੇ ਸਰਮ ਖੰਡ ਵਿੱਚ ਘੜੇ ਜਾ ਰਹੇ ਨੇ। ਔਰ ਇਸ ਖੰਡ ਵਿੱਚ ਤਿੱਥੇ ਘੜੀ ਹੈ ਸੁਰਾ ਸਿੱਧਾ ਕੀ, ਜਿਹੜੇ ਸਿੱਧ ਹੋ ਗਏ, ਜਿਨ੍ਹਾਂ ਨੇ ਆਪਣੀ ਸਿੱਧੀ ਮਨ ਕਰਕੇ, ਸਰੀਰ ਕਰਕੇ ਸਿੱਧ ਨਹੀਂ, ਜਿਹੜੇ ਸਿੱਧਾਂ ਨੇ ਪੁੱਠੇ ਲਟਕਣ ਵਾਲੇ ਸਿੱਧ ਨਹੀਂ, ਜਿਨ੍ਹਾਂ ਨੇ ਆਪਣੇ ਮਨ ਨੂੰ ਪੁੱਠਾ ਲਟਕਾਇਆ, ਮਨ ਤੇ ਕਾਬੂ ਕੀਤਾ। ਜੀਵਤਿਆਂ ਮਰ ਰਹੀ ਹੈ ਮਤਲਬ ਮਨ ਨੂੰ ਮਾਰਿਆ, ਮਨ ਨੂੰ ਕੰਟਰੋਲ ਕੀਤਾ, ਮਨ ਨੂੰ ਹੋੜ ਲਿਆ, ਮਨ ਨੂੰ ਕੰਟਰੋਲ ਕਰ ਲਿਆ। ਉਹ ਸਿੱਧ, ਉਹਨਾਂ ਨੂੰ ਜਿਹੜੀ ਸੋਝੀ ਹੋਈ ਹੈ, ਉਹ ਜਿੱਥੇ ਉਹਨਾਂ ਦੀ ਅੰਡਰਸਟੈਂਡਿੰਗ ਹੈ ਅਕਾਲ ਪੁਰਖ ਬਾਰੇ, ਇਹ ਸਾਰੇ ਵਿਧਾਨ ਬਾਰੇ, ਉਹਨਾਂ ਨੂੰ ਜਿਹੜੀ ਸੋਝੀ ਹੈ ਉਹ ਵਾਲੀ ਸੋਝੀ ਹੁੰਦੀ ਹੈ। ਤਿੱਥੇ ਘੜੀ ਹੈ ਸੁਰਾ ਸਿਧਾ ਕੀ ਸੁਧ। ਤੋ ਇਹ ਸਰਮਖੰਡ ਹੈ। ਸਰਮਖੰਡ ਦਾ ਤੱਤ ਕੀ ਹੈ? ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਤੇ ਤਿੱਥੇ ਘੜੀ ਹੈ ਸੁਰਾ ਸਿਧਾ ਕੀ ਸੁਧ। ਇਹ ਜੋ ਅੰਤਰੀ ਵਾਲਾ ਇਹ ਘਾੜਤ ਘੜਨਾ, ਇਹ ਹੈ ਅਸਲੀ ਮਿਹਨਤ, ਅਸਲੀ ਸ਼ਰਮ, ਅਸਲੀ ਸਰਮਖੰਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 3 ਵਰਡਸ ਪੁੱਛਨੇ ਆ ਜੀ। ਸੁਧ ਤੁਸੀਂ ਕਿਹਾ, ਸੁਧ ਦਾ ਮਤਲਬ ਹੈ ਸੋਝੀ, ਦਾ ਅੰਡਰਸਟੈਂਡਿੰਗ। ਓਕੇ। ਤੇ ਅਨੂਪ, ਅਨੂਪ ਇਸ ਬਹੁਤ ਸੁੰਦਰ। ਓਕੇ। ਤੇ ਖੰਡ ਦਾ ਕੀ ਮਤਲਬ ਹੈ? ਖੰਡ ਇਸ ਪਾਰਟ। ਖੰਡ 9 ਖੰਡ ਪ੍ਰਿਥਵੀ, ਸਾਰੀ ਧਰਤੀ ਦੇ 9 ਖੰਡ ਨੇ, 9 ਕੰਟੀਨੈਂਟਸ, ਲਾਈਕ ਪਾਰਟਸ। ਪਾਰਟ ਮਤਲਬ ਠੀਕ ਹੈ ਜੀ। ਇਹ ਵਾਲਾ ਪਾਰਟ, ਇਹ ਵਾਲਾ ਅਵਸਥਾ ਦਾ ਇਹ ਵਾਲਾ ਪਾਰਟ, ਜਾਂ ਫੇਜ਼ ਕਹਿ ਸਕਦੇ ਹਾਂ। ਇਟ ਵਿਲ ਬੀ ਮੋਰ ਐਪਰੋਪ੍ਰੀਏਟ ਇਨ ਦਿਸ ਕੰਟੈਕਸਟ, ਫੇਜ਼, ਬਿਕੋਜ਼ ਇਹ ਫੇਜ਼ਸ ਅੱਗੇ ਚੱਲ ਰਿਹਾ, ਨਾਲ ਕਨੈਕਟਡ ਹੈ। ਧਰਮਖੰਡ, ਧਰਮ ਫੇਜ਼ ਹੋ ਗਿਆ ਵੀ ਧਰਮਖੰਡ ਵਾਲੀ ਸੋਝੀ, ਇਹ ਪਤਾ ਹੋਣਾ ਕਿ ਕਰਮੀ ਆਪੋ ਆਪਣੇ, ਇਹ ਇਸ ਦਾ ਪਤਾ ਹੋ ਜਾਣਾ ਇਹ ਸਾਰੀ ਖੇਡ ਵਿੱਚ ਕੀ ਚੱਲ ਰਿਹਾ ਹੈ, ਉਸ ਦਾ ਫੰਕਸ਼ਨਲ ਐਸਪੈਕਟ। ਉਸ ਤੋਂ ਬਾਅਦ ਇੱਕ ਕਾਨਾ ਹੈ, ਇੱਕ ਮਹੇਸ਼ ਹੈ, ਇੱਕ ਇੰਦਰ ਹੈ। ਇਹ ਨਹੀਂ ਹੈ ਕੇਤੇ ਕਾਨੇ ਤੇ ਕੇਤੇ ਮਹੇਸ਼ ਨੇ, ਕਿੰਨੇ ਕਪਾਟ ਖੁੱਲਦੇ ਹੈ। Now this is not just applying to Kana, this applies to everybody anybody being decorated in any country and any continent, in any religion, क्योंकि this is beyond everything. तो वो वाला ज्ञान खंड का कपाट है, वो वाला phase of ਜਿਹੜਾ ਤੁਹਾਡਾ knowledge, ਜਿਹੜੀ ਤੁਹਾਡੀ ਪ੍ਰਾਪਤੀ ਹੋ ਰਹੀ ਹੈ, ਉਹਦੇ ਵਿੱਚ ਗਿਆਨ ਖੰਡ। ਹੁਣ ਸਰਮ ਖੰਡ ਕਿ ਤੁਸੀਂ ਇਹਦੇ ਨਾਲ ਆਪਣੇ ਅੰਤਰੀਵ ਨੂੰ ਜਿਵੇਂ ਘੜਨਾ ਹੈ, ਤੇ ਜਿਹੜਾ ਘੜ ਰਿਹਾ, ਕਿਉਂਕਿ ਸਾਰਾ ਕੁਝ
ਕੰਟੀਨਿਊਟੀ ਵਿੱਚ ਹੋ ਰਿਹਾ ਹੈ। ਜਦੋਂ ਅਸੀਂ ਗੁਰਬਾਣੀ ਨੂੰ ਇੱਥੇ ਵਿਚਾਰ ਰਹੇ ਹਾਂ, ਸਾਡਾ ਅੰਤਰੀਵ ਘੜਿਆ ਜਾ ਰਿਹਾ ਹੈ, ਸਾਡੀ ਸੁਰਤ, ਸਾਡਾ ਮਨ, ਮਤ, ਬੁੱਧ, ਸੁੱਧ ਇਹ ਘੜੀ ਜਾ ਰਹੀ ਹੈ। Got it, ਜੀ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਫਤਿਹ।